ਸਤਿ ਸ਼੍ਰੀ ਅਕਾਲ ਜੀ। ਮੈਂ ਹਰਪ੍ਰੀਤ ਸਿੰਘ ਜੱਸੋਵਾਲ। ਤੁਸੀਂ ਵੇਖ ਰਹੇ ਹੋ ਰੈਡ ਨਿਊਜ਼ ਨੈਸ਼ਨਲ। ਗੱਲ ਕਰਦੇ ਹਾਂ ਬਿਮਾਰੀ ਦੀ। ਬਿਮਾਰੀ ਅਕਸਰ ਬਹੁਤ ਸਾਰੇ ਲੋਕਾਂ ਨੂੰ ਹੋ ਜਾਂਦੀ ਆ। ਪਾਇਲਸ ਦੀ ਗੱਲ ਕਰੀਏ, ਬਵਾਸੀਰ ਦੀ ਗੱਲ ਕਰੀਏ, ਇਹ ਬਿਮਾਰੀ ਦਾ ਨਾਮ ਆਉਂਦੇ ਸਾਰ ਲੋਕਾਂ ਨੂੰ ਸ਼ਰਮ ਮਹਿਸੂਸ ਹੁੰਦੀ ਹੈ। ਭਾਵੇਂ ਉਹ ਆਪਣੇ ਕਿਸੇ ਸਾਥੀ ਨੂੰ ਦੱਸਣੀ ਹੋਵੇ, ਆਪਣੇ ਪੇਰੈਂਟਸ ਨੂੰ ਦੱਸਣੀ ਹੋਵੇ, ਜਾਂ ਆਪਣੇ ਪਰਿਵਾਰ ਦੇ ਵਿੱਚ ਗੱਲ ਕਰਨੀ ਹੋਵੇ। ਮੋਰ ਓਵਰ ਅਸੀਂ ਗੱਲ ਕਰੀਏ, ਜੇਕਰ ਅਸੀਂ ਡਾਕਟਰ ਕੋਲ ਵੀ ਜਾਂਦੇ ਹਾਂ ਤਾਂ ਉੱਥੇ ਵੀ ਲੋਕ ਇਸ ਨੂੰ ਲੈ ਕੇ ਜਿਹੜੇ ਅਨਕੌਂਸ਼ੀਅਸ ਫੀਲ ਕਰਦੇ ਨੇ, ਜਾਂ ਮਤਲਬ ਅਸੀਂ ਕਹੀਏ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਦੱਸਣ ਦੀ ਕੋਸ਼ਿਸ਼ ਨਹੀਂ ਕਰਦੇ, ਜਾਂ ਸ਼ਰਮ ਮਹਿਸੂਸ ਕਰਦੇ ਨੇ। ਇਹ ਬਿਮਾਰੀ ਹੁੰਦੀ ਕਿਉਂ ਆ, ਕੀ ਬਿਮਾਰੀ ਆ, ਕਿਹੜੀ ਕਿਹੜੀ ਉਮਰ ਦੇ ਵਿੱਚ ਹੋ ਸਕਦੀ ਆ, ਖਾਣ ਪੀਣ ਦਾ ਜਾਂ ਤੁਹਾਡੀ ਲਾਈਫ ਸਟਾਈਲ ਦਾ ਇਸ ਬਿਮਾਰੀ ਦੇ ਨਾਲ ਕੀ ਲਾਗਾ ਤੇਗਾ, ਅਤੇ ਕਿਉਂ ਇਸ ਬਿਮਾਰੀ ਨੂੰ ਲੈ ਕੇ ਲੋਕ ਡਾਕਟਰ ਕੋਲ ਜਾਣਾ ਬਾਹਲਾ ਪਸੰਦ ਨਹੀਂ ਕਰਦੇ। ਸਾਡੇ ਨਾਲ ਡਾਕਟਰ ਹਰਸ਼ ਨੇ, ਉਹਨਾਂ ਦੇ ਨਾਲ ਗੱਲ ਕਰਦੇ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਅਸੀਂ ਗੱਲ ਕਰੀਏ ਕਿ ਪਾਇਲਸ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਲੋਕ ਨੇ ਇਸ ਬਿਮਾਰੀ ਬਾਰੇ ਗੱਲ ਕਰਨ ਤੋਂ ਵੀ ਕਤਰਾਉਂਦੇ ਨੇ ਕਿ ਕੀ ਕੋਈ ਭੈੜੀ ਗੱਲ ਹੈਗੀ ਹੈ, ਜਾਂ ਕੀ ਕਾਰਨ ਲੋਕ ਇਸ ਬਾਰੇ ਕਿਉਂ ਗੱਲ ਨਹੀਂ ਕਰਦੇ, ਅਤੇ ਹੁੰਦੀ ਕਿਉਂ ਹੈ ਜੀ? ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਮੈਂ ਡਾਕਟਰ ਹਰਸ਼ ਅਗਰਵਾਲ ਬਵਾਸੀਰ ਦਾ ਇਲਾਜ ਕਈ ਸਾਲਾਂ ਤੋਂ ਕਰ ਰਿਹਾ ਜੀ। ਬਵਾਸੀਰ ਸਾਡੇ ਬੋਡੀ ਦਾ ਇੱਕ ਐਨਾਟਮੀ ਦਾ ਪਾਰਟ ਹੈ। ਬਵਾਸੀਰ ਖੂਨ ਦੀਆਂ ਨਸਾਂ ਹੁੰਦੀਆਂ ਨੇ, ਜਿਹੜੀ ਮਲ ਦੁਆਰ ਤੋਂ ਕੁਝ ਸੈਂਟੀਮੀਟਰ ਉੱਪਰ ਪਾਈ ਜਾਂਦੀਆਂ ਨੇ। ਬੱਚਾ ਪੈਦਾ ਹੁੰਦਾ ਹੈ ਇਹਨਾਂ ਨਸਾਂ ਨਾਲ, ਤੋ ਇਟ ਇਜ਼ ਅ ਪਾਰਟ ਆਫ ਆਵਰ ਬੋਡੀ। ਸਿਰਫ ਇਸ ਕਰਕੇ ਕਿਉਂਕਿ ਪ੍ਰਾਈਵੇਟ ਪਾਰਟ 'ਚੋਂ ਬਲੀਡਿੰਗ ਹੁੰਦੀ ਹੈ, ਇਹਦੇ ਤੋਂ ਡਰਿਆ ਜਾਏ ਜਾਂ ਇਹਦਾ ਇਲਾਜ ਨਾ ਕਰਾਇਆ ਜਾਏ, ਇਹ ਬਹੁਤ ਗਲਤ ਹੈ। ਵਿਦ ਇਨਕਰੀਜ਼ਿੰਗ ਏਜ ਜੇ ਬਵਾਸੀਰ ਦਾ ਇਹ ਨਸਾਂ ਦਾ ਸਾਈਜ਼ ਜੇ ਵੱਧ ਜਾਂਦਾ ਹੈ ਤੇ ਅਸੀਂ ਇਹਨੂੰ ਪਾਈਲਸ ਕਹਿ ਦਿੰਦੇ। ਬਟ ਪਾਈਲਸ ਬੱਚੇ ਦੇ ਜਨਮ ਤੋਂ ਪਾਈਲਸ ਪ੍ਰੈਜ਼ੈਂਟ ਹੁੰਦੀਆਂ ਨੇ। ਉਹਦਾ ਸਾਈਜ਼ ਵੱਧ ਜਾਏ ਤਾਂ ਉਹਦਾ ਸਾਈਜ਼ ਠੀਕ ਕਰਨਾ ਹੈ। ਦੈਟ ਇਜ਼ ਆਲ। ਲਾਈਫ ਸਟਾਈਲ ਡਿਜ਼ੀਜ਼ ਹੈ। ਬੜੇ ਸਾਰੇ ਕਾਰਨ ਹੈ ਜਿਨ੍ਹਾਂ ਕਰਕੇ ਪਾਈਲਸ ਹੋ ਸਕਦੀ ਹੈ, ਲਾਈਕ ਕੌਨਸਟੀਪੇਸ਼ਨ, ਲਾਈਕ ਸਟ੍ਰੈਨੂਅਸ ਐਕਸਰਸਾਈਜ਼, ਜਿਮਿੰਗ, ਗਲਤ ਡਾਈਟ ਹੋ ਗਈ, ਸਟ੍ਰੈਸ ਹੋ ਗਿਆ, ਲੈਸ ਇਨਟੇਕ ਆਫ ਵਾਟਰ। ਇਹ ਸਾਰੇ ਕਾਰਨਾਂ ਕਰਕੇ ਇਹ ਬਵਾਸੀਰ ਹੋ ਸਕਦੀ ਹੈ। ਲੇਕਿਨ ਇਹਦਾ ਸਪੈਸੀਫਿਕ ਰੀਜ਼ਨ ਕੀ ਹੈ, ਇਹ ਕਿਸੇ ਨੂੰ ਨਹੀਂ ਪਤਾ ਹਾਲੇ ਤੱਕ। ਅੱਛਾ, ਜਿਸ ਤਰ੍ਹਾਂ ਮਤਲਬ ਰੀਜ਼ਨ ਦੀ ਗੱਲ ਕੀਤੀ ਜਾਂਦੀ ਹੈ ਕਿ ਸਪੈਸੀਫਿਕ ਰੀਜ਼ਨ ਕੀ ਹੈ, ਤਾਂ ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਬਵਾਸੀਰ ਇੱਕ ਤਰ੍ਹਾਂ ਦੀ ਨਹੀਂ ਹੁੰਦੀ। ਬਵਾਸੀਰ ਦੀਆਂ ਬਹੁਤ ਸਾਰੀਆਂ ਕਿਸਮਾਂ ਨੇ, ਜਾਂ ਬਵਾਸੀਰ ਤੋਂ ਹਟ ਕੇ ਇੱਦਾਂ ਦੀਆਂ ਬਿਮਾਰੀਆਂ ਹੈਗੀਆਂ ਨੇ ਜਿਨ੍ਹਾਂ ਨੂੰ ਲੋਕ ਬਵਾਸੀਰ ਹੀ ਸਮਝਦੇ ਨੇ। ਅਤੇ ਉਹ ਚੀਜ਼ਾਂ ਕੀ ਨੇ ਕਿ ਬਵਾਸੀਰ ਲੋਕ ਕਹਿੰਦੇ ਕਿ ਆਪਰੇਸ਼ਨ ਹੀ ਕਰਾਉਣਾ ਪੈਂਦਾ, ਜਾਂ ਇਹਦਾ ਚੀਰਾ ਦੇਣਾ ਪੈਂਦਾ, ਦੂਰਬੀਨ ਦੇ ਰਾਹੀਂ ਇਲਾਜ ਕੀਤਾ ਜਾਂਦਾ। ਲੇਕਿਨ ਡਾਕਟਰ ਹਰਸ਼ ਦਾ ਕਹਿਣਾ ਕਿ 100 ਦੇ ਵਿੱਚੋਂ 2-4 ਬੰਦਿਆਂ ਨੂੰ ਹੀ ਬਵਾਸੀਰ ਹੁੰਦੀ ਹੈ, ਬਹੁਤ ਸਾਰੇ ਬੰਦਿਆਂ ਨੂੰ ਪਾਇਲਸ ਜਾਂ ਬਵਾਸੀਰ ਹੁੰਦੀ ਨਹੀਂ। ਡਾਕਟਰ ਸਾਹਿਬ, ਇਹ ਕੀ ਗੱਲ ਹੈਗੀ ਜਿਹੜੀ ਤੁਸੀਂ ਦੱਸ ਰਹੇ ਹੋ? ਜੀ ਤੋ ਬਵਾਸੀਰ ਦੇ ਜਿਹੜੇ ਲੱਛਣ ਹੈ ਉਹ ਹੁੰਦਾ ਹੈ ਪੇਨਲੈਸ ਬਲੀਡਿੰਗ। ਸਭ ਤੋਂ ਜ਼ਿਆਦਾ ਜਿਹੜਾ ਆਪਾਂ ਗਏ ਫਰੈਸ਼ ਹੋਣ ਤੇ ਪਤਾ ਲੱਗਿਆ ਪੋਟ 'ਚ ਬਲੱਡ ਆ ਗਿਆ, ਦੇਖਦੇ ਹੀ ਡਰ ਲੱਗਦਾ। ਪੇਨਲੈਸ ਬਲੀਡਿੰਗ ਸਭ ਤੋਂ ਵੱਡਾ ਲੱਛਣ ਹੈ ਇਹਦਾ। ਕਹਿੰਦੇ ਕੁਝ ਕੇਸਿਸ 'ਚ ਐਡਵਾਂਸ ਸਟੇਜਸ ਆਫ ਪਾਇਲਸ 'ਚ ਪੇਨ ਵੀ ਹੋ ਸਕਦਾ। ਬਟ ਇੱਥੇ ਕੰਸਰਨ ਇਹ ਹੈ ਕਿ 8 ਬਿਮਾਰੀਆਂ ਨੇ। 8 ਬਿਮਾਰੀਆਂ ਜਿਨ੍ਹਾਂ 'ਚੋਂ ਇੱਕ ਬਿਮਾਰੀ ਕੈਂਸਰ ਵੀ ਹੈ, ਇੱਕ ਬਿਮਾਰੀ ਅਲਸਰੇਟਿਵ ਕੋਲਾਈਟਿਸ ਵੀ ਹੈ, ਜਿਹਦੇ 'ਚ ਪੇਨਲੈਸ ਬਲੀਡਿੰਗ ਹੋ ਸਕਦੀ ਹੈ। ਅਤੇ ਜੇ ਡਾਇਗਨੋਸਿਸ ਆਪਾਂ ਨੇ ਕਨਫਰਮ ਨਹੀਂ ਕੀਤਾ ਤੇ ਆਪਾਂ ਬਵਾਸੀਰ ਦਾ ਇਲਾਜ ਕਿਵੇਂ ਕਰਾਂਗੇ? ਨਾਓ ਵਾਟ ਇਜ਼ ਹੈਪਨਿੰਗ ਇਜ਼, ਇਹਦੀ ਜਿਹੜੀ ਲੋਕੇਸ਼ਨ ਹੈ, ਐਨਾਟੋਮਿਕਲ ਜਿਹੜੀ ਲੋਕੇਸ਼ਨ ਹੈ, ਉਸ ਲੋਕੇਸ਼ਨ ਕਰਕੇ ਜਦੋਂ ਤੱਕ ਇੱਕ ਸਪੈਸੀਫਿਕ ਇੰਸਟਰੂਮੈਂਟ ਬਲ ਦੁਆਰ 'ਚ ਪਾ ਕੇ ਆਪਾਂ ਇਹਨੂੰ ਐਗਜ਼ਾਮਿਨ ਨਹੀਂ ਕਰ ਲੈਂਦੇ, ਵੀ ਕੈਨ ਨਾਟ ਮੇਕ ਅ ਡਾਇਗਨੋਸਿਸ। ਸਿਰਫ ਹਿਸਟਰੀ ਲੈ ਕੇ ਤੁਸੀਂ ਨਹੀਂ ਪਤਾ ਕਰ ਸਕਦੇ ਕਿ ਉਹ 8 ਬਿਮਾਰੀਆਂ 'ਚੋਂ ਕਿਹੜੀ ਬਿਮਾਰੀ ਹੈ। ਤੇ ਯੂਨੀਵਰਸਲ ਕੋਈ ਦਵਾਈ ਨਹੀਂ ਹੈ, ਕੋਈ ਮੈਜਿਕ ਪਿਲ ਨਹੀਂ ਹੈ ਕਿ ਤੁਸੀਂ ਇਹ ਦਵਾਈ ਦੇ ਦਿਓ ਜਾਂ ਹਰ ਪੇਸ਼ੈਂਟ ਨੂੰ ਆਪਰੇਸ਼ਨ ਦੀ ਜ਼ਰੂਰਤ ਹੈ, ਇੰਜ ਨਹੀਂ ਹੈ। ਦ ਟਰੀਟਮੈਂਟ ਇਜ਼ ਡਿਜ਼ੀਜ਼ ਸਪੈਸੀਫਿਕ। ਕਰਨ ਦੀ ਕੀ ਲੋੜ ਹੈ? ਇੱਕ 10 ਸੈਕਿੰਡ ਦੀ ਸਿੰਪਲ ਵੀਡੀਓ ਪ੍ਰੋਕਟੋਸਕੋਪਿਕ ਐਗਜ਼ਾਮੀਨੇਸ਼ਨ ਨਾਲ ਇਹ 8 ਬਿਮਾਰੀਆਂ ਦਾ 99% ਕੇਸਿਸ 'ਚ ਸਪੈਸੀਫਿਕ ਡਾਇਗਨੋਸਿਸ ਬਣ ਜਾਂਦਾ ਹੈ। ਇੱਕ ਵਾਰੀ ਤੁਹਾਨੂੰ ਪਤਾ ਲੱਗ ਜਾਏ ਕਿ ਡਾਇਗਨੋਸਿਸ ਠੀਕ ਹੈ, ਉਸ ਤੋਂ ਬਾਅਦ ਇਲਾਜ ਬੜਾ ਸਿੰਪਲ ਹੈ। ਅਸੀਂ ਜਿਸ ਤਰ੍ਹਾਂ ਗੱਲ ਕਰ ਰਹੇ ਹਾਂ, ਡਾਕਟਰ ਸਾਹਿਬ ਨੇ ਦੱਸਿਆ ਕਿ ਇਲਾਜ ਬੜਾ ਸਿੰਪਲ ਆ, ਅਤੇ ਹਰ ਬਵਾਸੀਰ ਦਾ ਇਲਾਜ ਆਪਰੇਸ਼ਨ ਨਹੀਂ, ਅਤੇ ਹਰ ਜਿਹੜੀ ਤੁਹਾਡੀ ਬੋਡੀ ਦੇ ਵਿੱਚੋਂ ਬਲੀਡਿੰਗ ਹੁੰਦੀ ਹੈ ਮਲ ਦੁਆਰ ਦੇ ਰਾਹੀਂ, ਉਹ ਸਿਰਫ ਪਾਇਲਸ ਨਹੀਂ ਹੈਗੀ। ਸਭ ਤੋਂ ਵੱਡੀ ਗੱਲ ਕੀ ਹੈ? ਡਾਕਟਰ ਸਾਹਿਬ ਗੱਲ ਕਰ ਰਹੇ ਨੇ, ਇਹਨਾਂ ਨਾਲ ਸਾਡੀ ਗੱਲਬਾਤ ਵੀ ਜਾਰੀ ਹੈ, ਤੁਸੀਂ ਵੀ ਨਾਲ ਦੀ ਨਾਲ ਦੇਖ ਰਹੇ ਹੋ, ਦੱਸ ਰਹੇ ਹੋ ਕਿ ਲੋਕਾਂ ਨੂੰ ਇੱਦਾਂ ਦੀ ਬਿਮਾਰੀ ਹੋ ਜਾਂਦੀ ਹੈ। ਅਤੇ ਪੰਜਾਬੀਆਂ ਦੀ ਗੱਲ ਕੀਤੀ ਜਾਵੇ, ਖਾਣਾ ਬਹੁਤ ਲਾਈਕ ਕਰਦੇ ਨੇ, ਭਾਵੇਂ ਫਰਾਈਡ ਹੋਵੇ ਅਤੇ ਭਾਵੇਂ ਮੈਦੇ ਦਾ ਖਾਣਾ ਬਣਿਆ ਹੋਵੇ, ਜਾਂ ਫਿਰ ਸਪਾਈਸੀ ਖਾਣਾ ਹੋਵੇ, ਜਿਹਦੇ ਵਿੱਚ ਇੱਕ ਹੋਰ ਵੀ ਗੱਲ ਡਾਕਟਰ ਸਾਹਿਬ ਨੇ ਦੱਸ ਰਹੇ ਸੀਗੇ, ਅਸੀਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਮਿਰਚ ਭਾਵੇਂ ਕਾਲੀ ਆ ਅਤੇ ਭਾਵੇਂ ਲਾਲ ਆ, ਅਤੇ ਭਾਵੇਂ ਹਰੀ ਆ, ਅਤੇ ਭਾਵੇਂ ਸ਼ਿਮਲੇ ਦੀ ਆ,
ਭਾਵੇਂ ਬਾਘੇ ਪੁਰਾਣੇ ਦੀ ਆ, ਜਿੱਥੇ ਦੀ ਮਰਜ਼ੀ ਹੋਵੇ। ਮਿਰਚ ਆ ਜਿਹੜੀ ਉਹ ਮਿਰਚ ਆ, ਮੈਦਾ ਤੇ ਤਲਿਆ ਹੋਇਆ ਫਰਾਈਡ ਖਾਣਾ ਤੁਹਾਡੀ ਸਿਹਤ ਤੇ ਕਿੰਨਾ ਕੁ ਅਸਰ ਪਾਉਂਦਾ? ਡਾਕਟਰ ਸਾਹਿਬ ਇਹ ਗੱਲ ਨੂੰ ਵੀ ਦੱਸੋ ਦਰਸ਼ਕਾਂ ਨੂੰ ਕਿ ਇਸ ਦਾ ਕਿੰਨਾ ਕੁ ਅਸਰ ਪੈਂਦਾ? सर जेड़ा जब मैंने बताया कि हमें कारण नहीं पता, बट Exactly. एक कारण सानू डेफिनेटली पता है कि कब्ज जे जोर लाना पिया लैट्रिन करते हुए, कब्ज ਜਿਹੜੀ है वो एक मुख्य कारण है ਬਵਾਸੀਰ ਦਾ। ਤੇ ਮੈਦਾ ਖਾਣ ਨਾਲ ਜਾਂ ਮਿਰਚਾਂ ਖਾਣ ਨਾਲ ਜਾਂ ਰੈੱਡ ਮੀਟ ਖਾਣ ਨਾਲ, ਵਾਧੂ ਦੁੱਧ ਜਾਂ ਅੰਡੇ ਖਾਣ ਨਾਲ, ਇਹਨਾਂ ਨਾਲ, ਜਾਂ ਲੈਕ ਆਫ ਐਕਟੀਵਿਟੀ, ਤੁਸੀਂ ਸੈਰ ਨਹੀਂ ਕਰ ਰਹੇ ਆਪਣੇ ਕੋਈ, ਇਹਦੇ ਕਰਕੇ ਜੇ ਕੌਨਸਟੀਪੇਸ਼ਨ ਹੋ ਜਾਏਗੀ ਤੇ ਉਹਦੇ ਕਰਕੇ ਬਵਾਸੀਰ ਡੈਫੀਨੇਟਲੀ ਪ੍ਰੈਸਿਪੀਟੇਟ ਹੋਏਗਾ। ਤੇ ਕਲੀਅਰ ਹਾਲੇ ਸਾਨੂੰ ਕਾਰਨ ਨਹੀਂ ਪਤਾ, ਲੇਕਿਨ ਜਿਹੜਾ ਮਿਰਚ ਤੇ ਮੈਦਾ ਹੈ, ਭਾਵੇਂ ਕਿਸੇ ਤਰ੍ਹਾਂ ਦੀ ਵੀ ਮਿਰਚ ਹੋਏ, ਮਿਰਚ ਜਿਹੜੀ ਹੈ ਉਹ ਡੀਹਾਈਡਰੇਸ਼ਨ ਕਾਜ਼ ਕਰਦੀ ਹੈ। ਸਟ੍ਰੈਸ, ਲੈਸ ਇਨਟੇਕ ਆਫ ਵਾਟਰ, ਆਪਾਂ ਚਲਦੇ ਫਿਰਦੇ ਜ਼ਿਆਦਾ ਨਹੀਂ, ਆਪਾਂ ਫਿਜ਼ੀਕਲ ਐਕਟੀਵਿਟੀ ਕਰਨ 'ਚ ਬਿਲੀਵ ਨਹੀਂ ਕਰਦੇ, ਆਪਾਂ ਓਬੈਸਿਟੀ ਸਾਨੂੰ ਹੋ ਜਾਂਦੀ ਹੈ, ਸਾਨੂੰ ਵਜ਼ਨ ਵੱਧ ਜਾਂਦਾ ਹੈ। ਆਲ ਥੀਸ ਫੈਕਟਰਸ, ਇਹਨਾਂ 'ਚ ਕੌਨਸਟੀਪੇਸ਼ਨ ਦਾ ਇੱਕ ਰੋਲ ਹੈ। ਕੌਨਸਟੀਪੇਸ਼ਨ ਕਰਕੇ ਡੈਫੀਨੇਟਲੀ ਹੁਣ ਇਹਦੇ 'ਚ ਇੱਕ ਮਜ਼ੇਦਾਰ ਗੱਲ ਇਹ ਹੈ ਕਿ ਮੁਰਗੀ ਪਹਿਲਾਂ ਆਈ ਕਿ ਅੰਡਾ ਪਹਿਲਾਂ ਆਇਆ। ਉਹੀ ਗੱਲ ਹੈ ਕਿ ਕੌਨਸਟੀਪੇਸ਼ਨ ਬਵਾਸੀਰ ਕਰੇਗੀ, ਜੇ ਬਵਾਸੀਰ ਹੋਏਗੀ ਤੇ ਥੱਲੇ ਰਸਤਾ ਘੱਟ ਜਾਏਗਾ, ਬਵਾਸੀਰ ਹੋਰ ਵੱਧ ਜਾਏਗੀ, ਇੱਕ ਵਿਸ਼ੀਅਸ ਸਾਈਕਲ ਬਣ ਜਾਏਗੀ ਜਿਹਨੂੰ ਤੋੜਨ ਲਈ ਸਾਨੂੰ ਦਵਾਈਆਂ ਨਾਲ ਜਾਂ ਫਿਰ ਵੈਰੀ ਰੇਅਰ ਕੇਸਿਸ ਸਰਜਰੀ ਦੀ ਹੈਲਪ ਦੀ ਲੋੜ ਪੈਂਦੀ ਹੈ। ਤੇ ਕਿ ਜਿਸ ਤਰ੍ਹਾਂ ਡਾਕਟਰ ਸਾਹਿਬ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਤੇ ਡਾਕਟਰ ਸਾਹਿਬ ਇਹ ਵੀ ਕਹਿ ਰਹੇ ਨੇ ਕਿ ਕਈ ਕਾਰਨ ਨੇ, ਏਜ ਲਿਮਿਟ ਕੋਈ ਨਹੀਂ, ਬੱਚੇ ਨੂੰ ਵੀ ਹੋ ਸਕਦੀ ਆ ਤੇ 70 ਸਾਲ ਦੇ ਬੁੜੇ ਨੂੰ ਵੀ ਹੋ ਸਕਦੀ ਹੈ, ਇਹਨਾਂ ਦੇ ਵੱਲੋਂ ਬਜ਼ੁਰਗ ਨੂੰ ਵੀ ਹੋ ਸਕਦੀ ਆ। ਤੇ ਇਹਨਾਂ ਦੇ ਵੱਲੋਂ ਜਿਹੜਾ ਸਭ ਤੋਂ ਵੱਡੀ ਉਮਰ ਦਾ ਆਪਰੇਟ ਕੀਤਾ ਗਿਆ, 104 ਸਾਲ ਦੇ ਇੱਕ ਮਰੀਜ਼ ਦਾ ਆਪਰੇਟ ਕੀਤਾ ਗਿਆ ਸੀ ਜਿਹੜਾ ਸਕਸੈਸਫੁਲ ਆ। ਇਹਨਾਂ ਦੇ ਦੱਸਣ ਦੇ ਮੁਤਾਬਕ 20,000 ਦੇ ਕਰੀਬ ਸਕਸੈਸਫੁਲੀ ਆਪਰੇਟ ਕਰ ਚੁੱਕੇ ਨੇ ਅਤੇ ਇਸ ਦੇ ਨਾਲ ਦੱਸੀਏ ਕਿ 2 ਲੱਖ ਤੋਂ ਵੱਧ ਓਪੀਡੀਜ਼ ਹੋ ਚੁੱਕੀਆਂ ਨੇ। ਸੋ ਇੱਕ ਵੱਡਾ ਜਿਹੜਾ ਡਾਟਾ ਹੈਗਾ ਇਹਨਾਂ ਦੇ ਕੋਲ ਹੈਗਾ। ਬਹੁਤ ਸਾਰੀਆਂ ਗੱਲਾਂ ਹੋਰ ਵੀ ਕੀਤੀਆਂ ਨੇ। ਤੁਸੀਂ ਕਹੋਗੇ ਕਿ ਇਹਨਾਂ ਕੋਲ ਇੱਦਾਂ ਕਿ ਬਹੁਤ ਸਾਰੇ ਹਸਪੀਟਲ ਜਿਹੜੇ ਪਾਇਲਸ ਦੇ ਨੇ ਖੁੱਲ੍ਹੇ ਹੋਏ ਨੇ, ਬਹੁਤ ਸਾਰੇ ਡਾਕਟਰ ਨੇ ਜਿਹੜੇ ਇੱਦਾਂ ਦਾ ਇਲਾਜ ਕਰਦੇ ਨੇ ਬਿਨਾਂ ਚੀਰੇ ਫਾੜੇ ਤੋਂ ਬੜਾ। ਤੇ ਲੇਕਿਨ ਜਿਹੜੀ ਗੱਲ ਕੀਤੀ ਜਾਂਦੀ ਹੈ ਕਿ ਇਲਾਜ ਦੇ ਨਾਲੋਂ ਪਰਹੇਜ਼ ਚੰਗਾ ਵਾ। ਸੋ ਇਹਨਾਂ ਦੇ ਕੋਲ ਦੁਨੀਆ ਦੀ ਉਹ ਤਕਨੀਕ ਆ ਜਿਹੜੀ ਇਜਾਦ ਹੋ ਚੁੱਕੀ ਆ, ਜਿਹੜੀ ਤੁਹਾਨੂੰ ਅਮਰੀਕਾ ਦੇ ਵਿੱਚ ਮਿਲਦੀ ਆ, ਆਸਟ੍ਰੇਲੀਆ ਦੇ ਵਿੱਚ ਮਿਲਦੀ ਆ, ਜਾਂ ਅਸੀਂ ਜਾਪਾਨ ਦੀ ਗੱਲ ਕਰੀਏ ਜਾਂ ਫਿਰ ਕਿਸੇ ਵੀ ਜਿਹੜਾ ਵੈਲ ਡਿਵੈਲਪਡ ਦੇਸ਼ ਹੈਗਾ ਉਸ ਦੀ ਗੱਲ ਕਰੀਏ, ਤਾਂ ਉੱਦਾਂ ਦੀ ਟੈਕਨੀਕ ਤੁਹਾਨੂੰ ਚੰਡੀਗੜ੍ਹ ਦੇ ਵਿੱਚ ਵੀ ਡਾਕਟਰ ਹਰਸ਼ ਦੀ ਕਲੀਨਿਕ 'ਤੇ ਮਿਲ ਰਹੀ ਹੈਗੀ, ਇਹਨਾਂ ਦੇ ਹਸਪੀਟਲ ਦੇ ਵਿੱਚ ਮਿਲ ਰਹੀ ਹੈਗੀ ਆ। ਅਤੇ ਡਾਕਟਰ ਸਾਹਿਬ ਇਹ ਕਿਹੜੀ ਨਵੀਂ ਟੈਕਨੀਕ ਹੈਗੀ ਆ ਜਿਸ ਦੇ ਨਾਲ ਆਪਾਂ ਮਤਲਬ ਦੂਸਰਿਆਂ ਦੇ ਨਾਲੋਂ ਜਲਦੀ ਮਤਲਬ ਜਿਹੜਾ ਘੱਟ ਪੋਕਟ ਫਰੈਂਡਲੀ ਆਪਾਂ ਗੱਲ ਕਰੀਏ ਸੋ ਉਸ ਰੇਟ ਦੇ ਵਿੱਚ ਆ? ਸਰ ਟੈਕਨੋਲੋਜੀ ਜਿਹੜੀ ਹੈ ਉਹ ਹਰ ਤਰੀਕੇ ਦੀ ਚੰਗੀ ਹੁੰਦੀ ਹੈ। ਹੁਣ ਜਿਹੜਾ ਬਵਾਸੀਰ ਨੂੰ ਟਰੀਟ ਕਰਨ ਦਾ ਜਿਹੜਾ ਏਮ ਹੁੰਦਾ ਹੈ, ਦੈਟ ਇਜ਼ ਸਾਈਜ਼ ਉਹਦਾ ਘਟਾਤਾ ਜਾਏ, ਤੇ ਉਹਨੂੰ ਡਿਸਟਰੋਏ ਨਹੀਂ ਕਰਨਾ ਹੁੰਦਾ ਬਵਾਸੀਰ ਨੂੰ। ਦੈਟ ਇਜ਼ ਵਾਈ ਜਿਹੜਾ ਟਰੀਟਮੈਂਟ ਹੈ ਉਹ ਪੇਨਲੈਸ ਹੈ। ਟੈਕਨੋਲੋਜੀ ਕਈ ਹੈਗੀਆਂ, ਜਿਵੇਂ ਸਟੈਪਲਰ ਹੈ, ਜਿਵੇਂ ਲੇਜ਼ਰ ਹੈ, ਜਿਵੇਂ ਡੋਪਲਰ ਹੈ। ਕੋਈ ਇੱਕ ਟੈਕਨੋਲੋਜੀ ਚੰਗੀ ਅਤੇ ਮਾੜੀ ਨਹੀਂ ਹੁੰਦੀ। ਹਰ ਪੇਸ਼ੈਂਟ 'ਚ ਸਾਨੂੰ ਇੱਕ ਡਿਫਰੈਂਟ ਟੈਕਨੋਲੋਜੀ ਦਾ ਇਸਤੇਮਾਲ ਕਰਨਾ ਹੁੰਦਾ ਹੈ। ਕੁਛ ਟੈਕਨੋਲੋਜੀਜ਼ ਹੈਗੀਆਂ ਜਿਵੇਂ ਡੋਪਲਰ ਟੈਕਨੋਲੋਜੀ, ਇਹਦੇ ਵਿੱਚ ਕੋਈ ਚੀਰ-ਫਾੜ, ਬਿਲਕੁਲ ਹੀ ਚੀਰ-ਫਾੜ ਨਹੀਂ ਹੈ। ਇਹ ਟੈਕਨੋਲੋਜੀ ਮੈਂ ਪਿਛਲੇ 10 ਤੋਂ 12 ਸਾਲ ਦਾ ਇਸਤੇਮਾਲ ਕਰ ਰਿਹਾ ਆਪਣੇ ਸੈਂਟਰ 'ਤੇ, ਅਤੇ ਮੇਰੀ ਨੌਲੇਜ 'ਚ ਨਹੀਂ ਹੈ ਕਿ ਆਸ-ਪਾਸ ਕਿਸੇ ਹੋਰ ਡਾਕਟਰ ਦੇ ਕੋਲ ਇਹ ਉਹ ਹੈ। ਬਟ ਇਹਦਾ ਮਤਲਬ ਇਹ ਨਹੀਂ ਕਿ ਜਿਹੜੀ ਦੂਜੀ ਟੈਕਨੋਲੋਜੀ ਹੈ, ਸਟੈਪਲਰ ਜਾਂ ਲੇਜ਼ਰ ਹੈ, ਉਹ ਕਿਸੇ ਤਰੀਕੇ ਨਾਲ ਮਾੜੀਆਂ ਨੇ। ਇਹ ਟੈਕਨੋਲੋਜੀ ਹਰ ਪੇਸ਼ੈਂਟ ਲਈ ਇੱਕ ਅਲੱਗ ਚਾਹੀਦੀ ਹੈ। ਇੱਕ ਕੰਬੀਨੇਸ਼ਨ ਆਫ ਟੈਕਨੀਕਸ ਆਪਾਂ ਯੂਜ਼ ਕਰਦੇ ਨੇ। ਪੇਸ਼ੈਂਟ ਨੂੰ ਐਗਜ਼ਾਮਿਨ ਕਰਕੇ ਉਹਦੇ ਬਵਾਸੀਰ ਦਾ ਸਾਈਜ਼, ਉਹਦੇ ਬਵਾਸੀਰ ਦੀ, ਉਹਦੇ ਡਾਈਟਰੀ ਹੈਬਿਟਸ, ਉਹਦੇ ਮੈਡੀਕਲ ਕੰਡੀਸ਼ਨਸ, ਉਹਦੀ ਸੂਟੇਬਿਲਿਟੀ ਫॉर ਐਡਮਿਸ਼ਨ ਦੇਖਣ ਤੋਂ ਬਾਅਦ ਹੀ ਆਪਾਂ ਡਿਸਾਈਡ ਕਰਦੇ ਨੇ ਕਿ ਵਿਚ ਟੈਕਨੋਲੋਜੀ। ਵਰਲਡ ਵਾਈਡ ਜਿੰਨੀ ਵੀ ਟੈਕਨੋਲੋਜੀਜ਼ ਅਵੇਲੇਬਲ ਹੈ ਬਵਾਸੀਰ ਲਈ, ਬਾਈ ਗॉड्स ग्रेस ਦੇ ਆਰ ਨਾਓ ਅਵੇਲੇਬਲ ਇਨ ਚੰਡੀਗੜ੍ਹ ਐਂਡ ਵੀ ਹੈਵ ਡਨ 1000। ਕੋਈ ਨਿਊ ਟੈਕਨੋਲੋਜੀ ਨਹੀਂ ਹੈ। ਜਿਹੜੀ ਵੀ ਟੈਕਨੋਲੋਜੀਜ਼ ਹੈਗੀਆਂ ਪਿਛਲੇ 12-14 ਸਾਲਾਂ ਤੋਂ, ਵੀ ਹੈਵ ਬੀਨ ਯੂਜ਼ਿੰਗ ਆਲ ਆਫ ਦੈਮ। ਇਹ ਜਿਹੜੀ ਟੈਕਨੋਲੋਜੀਜ਼ ਹੈ, ਜਿਹੜੇ ਵੈਸਟਰਨ ਵਰਲਡ ਹੈ, USA, ਯੂਰਪ 'ਚ, ਦੇ ਆਰ ਯੂਜ਼ਿੰਗ ਓਨਲੀ ਦੀਜ਼ ਟੈਕਨੋਲੋਜੀਜ਼। ਸਾਊਥ ਇੰਡੀਆ 'ਚ ਵੀ ਇਹ ਟੈਕਨੋਲੋਜੀਜ਼ ਕਈ ਸਾਲਾਂ ਤੋਂ ਹੈ, ਬਟ ਸਾਡੇ ਨਾਰਥ ਇੰਡੀਆ 'ਚ ਬਿਕੋਜ਼ ਪੇਸ਼ੈਂਟਸ ਜਿਹੜੇ ਸ਼ਰਮ ਖਾਂਦੇ ਨੇ ਡਾਕਟਰ ਕੋਲ ਜਾਣ ਤੱਕ, ਆਪਰੇਸ਼ਨਸ ਕਰਾਉਣ ਲਈ, ਆਪਣੀ ਤਕਲੀਫ ਦੱਸਣ 'ਚ, ਦੈਟਸ ਵਾਈ ਇੱਕ ਐਕਸਕਲੂਸਿਵ ਪਾਇਲਸ ਕਲੀਨਿਕ ਇੱਥੇ ਕੋਈ ਨਹੀਂ ਹੈ। ਸਾਊਥ ਵਿੱਚ ਮੈਂ ਕਈ ਵਾਰੀ ਗਿਆ ਜੀ ਫੈਲੋਸ਼ਿਪਸ ਕਰਨ ਲਈ, ਟ੍ਰੇਨਿੰਗ ਕਰਨ ਲਈ ਫਰੋਮ ਦ ਪੀਪਲ ਹੂ ਆਰ ਦ ਬੈਸਟ ਇਨ ਦ ਫੀਲਡ। ਉੱਥੇ ਪੇਸ਼ੈਂਟ ਨੂੰ ਕੋਈ ਸ਼ਰਮ ਨਹੀਂ ਕਿ ਬਤਾਉਣ 'ਚ। ਇੱਕ OPD ਹੈ, ਉਹ 'ਚ 100 ਮਰੀਜ਼ ਬੈਠਾ ਹੁੰਦਾ, ਉਹ ਸਾਰਿਆਂ ਨੂੰ ਬਵਾਸੀਰ ਹੁੰਦੀ, ਇੱਕ ਦੂਜੇ ਨਾਲ ਗੱਲ ਕਰ ਰਹੇ ਹੁੰਦੇ, ਤੇਰੀ ਕੀ ਟੈਕਨੀਕ ਹੋਈ, ਤੇਰੀ ਕੀ ਟੈਕਨੀਕ ਹੋਈ। ਸੋ ਟੈਕਨੋਲੋਜੀ ਦਾ ਬੈਸਟ ਯੂਜ਼ ਕਰਨਾ ਆਉਣਾ ਚਾਹੀਦਾ ਹੈ।
ਟੈਕਨੋਲੋਜੀ ਨੂੰ ਹਰ ਪੇਸ਼ੈਂਟ 'ਚ ਇੱਕ ਟੈਕਨੋਲੋਜੀ ਨਹੀਂ ਕੰਮ ਕਰਦੀ, ਟੈਕਨੋਲੋਜੀ ਹੈਜ਼ ਟੂ ਬੀ ਯੂਜ਼ਡ ਪੇਸ਼ੈਂਟ ਸਪੈਸੀਫਿਕ। ਥੈਂਕ ਯੂ ਡਾਕਟਰ ਸਾਹਿਬ, ਸ਼ੁਕਰੀਆ ਜੀ। ਸੋ ਇਹ ਸੀ ਡਾਕਟਰ ਹਰਸ਼ ਕੁਮਾਰ ਜਿਨ੍ਹਾਂ ਦੇ ਨਾਲ ਅਸੀਂ ਤੁਹਾਡੀ ਗੱਲ ਕਰਵਾਈ ਆ। ਸਭ ਤੋਂ ਵੱਡੀਆਂ ਜਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ, ਇੱਕ ਤਾਂ ਖਾਣਾ ਵਧੀਆ ਘਰ ਦਾ ਖਾਓ, ਦੂਸਰਾ ਤਲਿਆ ਹੋਇਆ ਜਾਂ ਫਿਰ ਮੈਦੇ ਨੂੰ ਜਿੰਨਾ ਹੋ ਸਕੇ, ਮਿਰਚ ਨੂੰ ਹੋ ਸਕੇ ਆਪਣੇ ਖਾਣੇ ਤੋਂ ਦੂਰ ਰੱਖੋ, ਫਾਈਬਰਯੁਕਤ ਖਾਣਾ ਖਾਓ। ਤੀਸਰੀ ਗੱਲ, ਜਿਹੜੀ ਵੀ ਤੁਹਾਨੂੰ ਬਿਮਾਰੀ ਆ ਉਹਦਾ ਐਗਜ਼ਾਮਿਨ ਹੋਣਾ ਬਹੁਤ ਜ਼ਰੂਰੀ ਹੈ, ਭਾਵੇਂ ਕਿ ਡਾਇਗਨੋਸਿਸ ਜ਼ਰੂਰ ਕਰਾਓ, ਭਾਵੇਂ ਕਿ ਕਿਤੇ ਵੀ ਜਾ ਕੇ ਕਰਾਓ, ਲੇਕਿਨ ਜਦੋਂ ਇਲਾਜ ਤੁਹਾਡੀ ਪੋਕਟ ਫਰੈਂਡਲੀ ਹੋਵੇ ਤਾਂ ਨੈਚੁਰਲ ਗੱਲ ਆ ਕਿ ਤੁਸੀਂ ਇੱਥੇ ਆਉਣਾ ਜਿਹੜਾ ਪ੍ਰੈਫਰ ਕਰੋਗੇ ਕਿ ਚੰਡੀਗੜ੍ਹ ਦੇ ਵਿੱਚ ਸੈਕਟਰ 40 ਦੇ ਵਿੱਚ DPS ਸਕੂਲ ਦੇ ਕੋਲ ਜਿਹੜਾ ਕਿ ਕਲੀਨਿਕ ਹੈਗਾ ਵਾ, ਅਤੇ ਉੱਥੇ ਜਦੋਂ ਤੁਸੀਂ ਆਓਗੇ ਤਾਂ ਟ੍ਰਿਨਿਟੀ ਹੈਲਥ ਕੇਅਰ ਜਿਹੜਾ ਬਣਾਇਆ ਗਿਆ ਵਾ, ਤਾਂ ਉੱਥੇ ਜਦੋਂ ਤੁਸੀਂ ਆਓਗੇ ਤਾਂ ਤੁਹਾਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਵੀ ਪ੍ਰੋਵਾਈਡ ਕਰਵਾਈ ਜਾਵੇਗੀ। ਤੋ ਇਸ ਇੰਟਰਵਿਊ ਤੁਹਾਨੂੰ ਅਸੀਂ ਡਾਕਟਰ ਸਾਹਿਬ ਨਾਲ ਜਿਸ ਤਰ੍ਹਾਂ ਮਿਲਾਇਆ ਕਿ ਇਸ ਇੰਟਰਵਿਊ ਦੇ ਵਿੱਚ ਤੁਹਾਨੂੰ ਉਹਨਾਂ ਦੀਆਂ ਕਿਹੜੀਆਂ ਗੱਲਾਂ ਵਧੀਆ ਲੱਗੀਆਂ। ਜੇਕਰ ਤੁਹਾਨੂੰ ਵੀ ਕੋਈ ਪ੍ਰੋਬਲਮ ਹੈਗੀ ਆ ਇਸ ਬਿਮਾਰੀ ਦੇ ਨਾਲ ਰਿਲੇਟਡ ਤਾਂ ਤੁਸੀਂ ਉਹਨਾਂ ਦੇ ਨਾਲ ਜਿਹੜਾ ਉਹਨਾਂ ਦੇ ਨੰਬਰ ਹੈਗੇ ਨੇ ਉਹਨਾਂ 'ਤੇ ਕੰਟੈਕਟ ਕਰਕੇ ਉਹਨਾਂ ਦੇ ਨਾਲ ਅਪਾਇੰਟਮੈਂਟ ਫਿਕਸ ਕਰਕੇ ਜਿਹੜਾ ਉਹਨਾਂ ਨੂੰ ਮਿਲ ਸਕਦੇ ਹੋ। ਅਤੇ ਬਹੁਤ ਜਿਹੜਾ ਕਹਿਣ ਤੋਂ ਭਾਵ ਆ ਕਿ ਇਹ ਜਿਹੜੀ ਸ਼ਰਮਾਉਣਾ ਛੱਡ ਕੇ ਜਾਂ ਫਿਰ ਆਪਣੇ ਖਾਣੇ ਵੱਲ ਧਿਆਨ ਦੇ ਕੇ, ਆਪਣੀ ਸਿਹਤ ਵੱਲ ਧਿਆਨ ਦੇ ਕੇ ਤਾਂ ਇਸ ਚੀਜ਼ ਨੂੰ ਰੋਕਿਆ ਜਾ ਸਕਦਾ। ਸਭ ਤੋਂ ਵੱਡੀ ਗੱਲ ਇੱਕ ਇਹਨਾਂ ਨੇ ਹੋਰ ਦੱਸੀ ਸੀ ਕਿ ਉਮਰ ਦਾ ਜਿਹੜਾ ਤਕਾਜ਼ਾ, ਕਿਸੇ ਵੀ ਉਮਰ ਦੇ ਵਿੱਚ ਇਹ ਚੀਜ਼ ਹੋ ਸਕਦੀ ਹੈ। ਸ਼ਰਮਾਓ ਨਾ, ਆਪਣੇ ਡਾਕਟਰ ਦੇ ਨਾਲ ਕੰਸਲਟ ਕਰਕੇ ਇਹਨਾਂ ਦੇ ਨਾਲ ਜ਼ਰੂਰ ਮਿਲੋ। ਸਤਿ ਸ਼੍ਰੀ ਅਕਾਲ। आपको पता नहीं आपने कितना लगा दिया, कितनी, अच्छा हमने ब्लड सप्लाई बंद नहीं करनी, हमने तो उसे कंट्रोल करना है कि वो नॉर्मल साइज पे रिग्रेस कर जाए। तो संभावना तो है ही है सर, उसमें आपने ब्लड सप्लाई को कितना टैकल किया, एक जो आ रही है उसमें से एग्जैक्टली कहाँ से आ रही है, तो उसके अंदर तो रिकरेंस की बहुत हाई चांसेस हैं। ये तो जब ये टेक्नोलॉजी अवेलेबल नहीं थी तब करते थे फॉर ब्लीडिंग पाइल्स। जब हम मैं मास्टर्स कर रहा था, 95 की बात कर रहा हूँ, हम भी, हमारे बॉस भी करवाते थे। फिर कॉम्प्लिकेशन आते, कभी वो तेल जो है वो मूत्र के रास्ते निकलता था, कभी वो पेट में जाके ज़ख्म करता था, तो वो कॉम्प्लिकेशंस थे। इन माय प्रैक्टिस आई हैव स्टॉप्ड डूइंग द इंजेक्शन थेरेपी, इट इज़ नॉट। लेजर कितना था सर? पाइल्स कितनी प्रकार की होती है और ये कैसे होती है और इसको दूर कैसे किया जा सकता है? सर पाइल्स जो है वो हमारे शरीर का एक अभिन्न अंग है। पाइल्स किसी बीमारी का नाम नहीं है, हम सब पैदा होते हैं पाइल्स के साथ। पाइल्स छोटे छोटे खून की नसें होती हैं जो मलद्वार से तकरीबन 5-6 सेंटीमीटर ऊपर पाई जाती हैं, और इनका एक रीज़न होता है होने का, ये हम लोगों को कॉन्टिनेंस देती है, एबिलिटी टू कंट्रोल विंड एंड स्टूल्स, ये हमें पाइल्स से मिलता है। जब पाइल्स का साइज़ बढ़ जाता है क्योंकि उसमें खून की सप्लाई बढ़ जाती है, तो हम उसे पाइल्स, तब भी पाइल्स ही कहते हैं जिन्हें हम हीमरोइड्स कहते हैं, और उस वक़्त उनके ट्रीटमेंट की ज़रूरत पड़ती है। तो प्रकार नहीं होते पाइल्स, नॉर्मल साइज पाइल्स एंड लार्ज पाइल्स, बस इंटरनल पाइल्स या एक्सटर्नल पाइल्स। स्टेजेस होती हैं पाइल्स की, स्टेज 1, 2, 3, 4, जो कि एक थ्योरेटिकल स्टेजिंग है।